ਸਾਹਿਬ ਜੀਓ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਡਣਾ। ਨਾਗ ਨਿਵਾਸਾਂ ਦੇ ਰਹਿਣਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਤੁਧ ਬਿਨ ਰੋਗ ਰਜਾਈਆਂ ਦਾ ਓਡਣਾ। ਨਾਗ ਨਿਵਾਸਾਂ ਦੇ ਰਹਿਣਾ। ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ। ਯਾਰੜੇ ਦਾ ਸਾਨੂੰ ਸੱਥਰ ਚੰਗਾ, ਪੱਠ ਖੇੜਿਆਂ ਦਾ ਰਹਿਣਾ। ਯਾਰੜੇ ਦਾ ਸਾਨੂੰ ਸੱਥਰ ਚੰਗਾ, ਪੱਠ ਖੇੜਿਆਂ ਦਾ ਰਹਿਣਾ। ਰਾਜਾ ਨਾ ਰਾਜ, ਪਾਨਾ ਨਾ ਪਾਨ, ਦੇਵਾ ਨਾ ਦੇਵ ਉਪਮਾ ਮਹਾਨ। ਚਵਰ ਛਤਰ ਤਖਤ ਦੇ ਮਾਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਸੁਭਾਏਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ। ਆਓ 10ਵਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨ ਕਮਲਾਂ ਵਿੱਚ ਆਪਣਾ ਧਿਆਨ ਲਗਾਈਏ, ਸੁਰਤ ਟਿਕਾਈਏ ਗੁਰਦੇਵ ਦੇ ਚਰਨਾਂ ਦੇ ਵਿੱਚ। ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਕਰੋ ਕਿਰਪਾ, ਸਤਿਗੁਰਾਂ ਦੀ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਕਲਗੀਧਰ ਪਾਤਸ਼ਾਹ, ਜਿਨ੍ਹਾਂ ਦੇ ਚਰਨ ਸਰਨਾਂ ਅੰਦਰ ਅਰਦਾਸ ਹੈ। 9 ਪਾਤਸ਼ਾਹੀਆਂ ਦੇ ਨਾਮ ਲੈ ਕੇ 10ਵੇਂ ਨੂੰ ਤਿਆਰ ਰਹੇ ਹਾਂ। 10ਵਾਂ ਪਾਤਸ਼ਾਹ ਸਹਾਇਤਾ ਕਰਦੇ ਹਨ। 10ਵਾਂ ਪਾਤਸ਼ਾਹ ਆਪ ਪਹੁੰਚ ਕੇ ਸਿੱਖ ਦੀ ਹਰ ਤਰੀਕੇ ਦੀ ਮਦਦ ਕਰਦਾ ਹੈ। ਸੋ ਕੱਲ ਸੰਖੇਪ ਜੀ ਅਰਜ਼ ਕਰਕੇ ਅਰਦਾਸ ਦੀ ਜੋ ਇਤਿਹਾਸ ਨੂੰ ਲੈ ਕੇ ਚੱਲੇ ਸੀ, ਸੋ ਸਮੂਹ ਸੰਗਤ ਸੂਝਵਾਨ, ਜਦੋਂ ਗੁਰਦੇਵ ਇਸ ਗੜੀ ਤੋਂ ਚੱਲੇ ਨੇ ਚਮਕੌਰ ਦੀ ਤੋਂ, ਸ਼ਹਾਦਤਾਂ ਹੋ ਗਈਆਂ ਤੇ ਗੁਰਦੇਵ ਤੁਰੇ ਜਾ ਰਹੇ ਨੇ। ਕਈ ਵਿਦਵਾਨ ਜਨ ਕਹਿੰਦੇ ਗੜੀ ਵਿੱਚ ਗੁਰੂ ਸਾਹਿਬ ਨੇ ਆਪਣੇ ਚਰਨਾਂ ਦੇ ਜੋੜੇ ਉਤਾਰ ਦਿੱਤੇ ਸਨ। ਜੋੜੇ ਉਤਾਰੇ, ਸਿੰਘਾਂ ਪੁੱਛਿਆ ਸਤਿਗੁਰੂ ਕਿਉਂ? ਕਹਿਣ ਲੱਗੇ ਪਿਆਰਿਓ, ਇਸ ਜੰਗੇ ਮੈਦਾਨ ਦੇ ਵਿੱਚ ਮੇਰੇ ਸਿੰਘ ਜੂਝੇ ਨੇ, ਕਈਆਂ ਦੀ ਕੇਸਾਂ ਦੀ ਬੇਅਦਬੀ ਹੋਈ ਹੋਵੇਗੀ, ਇੱਥੇ ਕੇਸ ਹੋਣਗੇ। ਮੈਂ ਨਹੀਂ ਚਾਹੁੰਦਾ। ਉਸ ਅਕਾਲ ਪੁਰਖ ਨੇ ਜੋ ਸਾਨੂੰ ਮੋਹਰ ਬਖਸ਼ੀ ਹੈ, ਧਿਆਨ ਦਿਓ, ਉਸ ਅਕਾਲ ਪੁਰਖ ਨੇ ਜੋ ਸਾਨੂੰ ਮੋਹਰ ਮਰਿਆਦਾ ਬਖਸ਼ੀ ਹੈ, ਉਸ ਤੇ ਜੋੜਾ ਜਾਏ।
ਇਸ ਰਹਿਤ ਤੇ ਪਰਪੱਕਤਾ ਕਰਕੇ ਧਿਆਨ ਦਿਓ। ਨੰਗੇ ਪੈਰੀ ਗਏ ਨੇ। ਕਹਿਣ ਲੱਗੇ ਸਾਹਿਬਜ਼ਾਦਿਆਂ ਦੇ ਲਾਗੇ ਹੋਏ ਪਹੁੰਚੇ, ਗੁਰੂ ਸਾਹਿਬ ਨਹੀਂ ਝਾਕੇ। ਅਜੀਤ ਸਿੰਘ ਜੁਝਾਰ ਸਿੰਘ ਪਏ ਨੇ ਰਣ ਤੱਤੇ ਦੇ ਅੰਦਰ। ਜਾਣ ਲੱਗੇ ਤੇ ਬੇਨਤੀ ਕੀਤੀ ਹੈ ਪੰਜਾਂ ਪਿਆਰਿਆਂ ਚੋਂ ਇੱਕ ਸਿੰਘ ਨੇ, ਗੁਰੂ ਸਾਹਿਬ ਕਰੋ ਕਿਰਪਾ ਵੀ ਜਾਂਦੇ ਜਾਂਦੇ ਇੱਕ ਵਾਰੀ ਤੱਕ ਤਾਂ ਲਓ, ਲਾਲ ਤੁਹਾਡੇ ਹੀ ਨੇ। ਗੁਰੂ ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਸਾਰੇ ਹੀ ਸਾਡੇ ਹੀ ਨੇ। ਗੁਰੂ ਸਾਹਿਬ ਜਾਂਦੇ ਜਾਂਦੇ ਇਹਨਾਂ ਲਾਲਾਂ ਤੇ ਕੱਪੜਾ ਤਾਂ ਪਾਈਏ, ਜੋ ਵਰਤਦੇ ਆ ਸ਼ਬਦ ਜਾਂਦੇ ਜਾਂਦੇ ਇਹਨਾਂ ਤੇ ਖੱਫਣ ਤਾਂ ਕਹਿੰਦੇ ਪਾ ਦਈਏ, ਸਿੱਧੇ ਹੀ ਤੁਰੇ ਜਾਂਦੇ ਹੋ। ਕਹਿਣ ਲੱਗੇ ਨਹੀਂ, ਜੇ ਪਾਉਣਾ ਹੈ ਤੇ ਸਾਰਿਆਂ ਤੇ ਪਾ, ਕਿਉਂਕਿ ਖਾਲਸਾ ਮੇਰਾ ਪੁੱਤਰ ਹੈ। ਖਾਲਸੇ ਦੇ ਅੰਦਰ ਸਾਰੇ ਹੀ ਸਾਰੇ ਆ ਸਿੰਘ ਜਿੰਨੇ ਸ਼ਹੀਦ ਹੋਏ ਨੇ, ਇਹਨਾਂ ਸਾਰਿਆਂ ਤੇ ਪਾ, ਨਹੀਂ ਤਾਂ ਇਹਨਾਂ ਦੋਹਾਂ ਤੇ ਵੀ ਕੋਈ ਜ਼ਰੂਰਤ ਨਹੀਂ। ਭਾਵ ਖਾਲਸੇ ਨੂੰ ਬੜਾ ਉੱਚਾ ਦਰਜਾ ਦਿੱਤਾ ਹੈ, ਕਿਉਂ ਨਾ ਦੇਈਏ 10ਵੇਂ ਪਾਤਸ਼ਾਹ ਨੂੰ। ਗੁਰੂ ਸਾਹਿਬ ਅੱਗੇ ਪੜਾਵ ਕਰਦੇ ਹੋਏ ਪਹੁੰਚ ਗਏ। ਆਪ ਜੀ ਨੂੰ ਪਤਾ ਹੀ ਹੈ ਉੱਥੇ ਜ਼ਫਰਨਾਮਾ ਵੀ ਲਿਖਿਆ ਗਿਆ, ਬਾਦਸ਼ਾਹ ਨੂੰ ਭੇਜਿਆ ਗਿਆ। ਇੱਧਰ ਸ਼ਹਾਦਤ ਨੀਂਹ ਅੰਦਰ ਵੀ ਹੋ ਗਈ। ਆ ਵੀ ਪ੍ਰਸੰਗ ਆਪਾਂ ਜਾਣਦੇ ਹਾਂ। ਉਹਨਾਂ ਅੱਲਾ ਯਾਰ ਖਾਂ ਜੋਗੀ ਕਹਿੰਦਾ ਇੱਕ ਗੱਲ ਸੀ, ਉੱਥੇ ਨੀਵਾਂ ਵਿੱਚੋਂ ਇੱਕ ਆਵਾਜ਼ ਆ ਰਹੀ ਸੀ। ਆਵਾਜ਼ ਕਿਹੋ ਜਿਹੀ ਸੀ ਅੱਲਾ ਯਾਰ ਖਾਂ ਉਹਨਾਂ ਨੇ ਦਰਜ ਕੀਤਾ ਬੜੇ ਸੋਹਣੇ ਅੱਖਰਾਂ ਦੇ ਵਿੱਚ। ਕਹਿਣ ਲੱਗੇ ਹਮ ਜਾਨ ਦੇ ਕੇ ਔरों की जाने बचा चले, सिक्खी की नींव हम है सरों पर उठा चले, गुरियाई का है किस्सा जहां में बना चले, सिंगों के सल्तनत का हम पौधा लगा चले, गद्दी से ताज ओ तख्त बस अब कौम पाएगी, दुनिया से जालिमों का निशान तक मिटाएगी। हम जान दे के औरों की जान बचा चले, सिक्खी की नींव हम है सरों पर उठा चले, गुरियाई का है किस्सा जहां में बना चले, सिंगों की सल्तनत का है पौधा लगा चले, गद्दी से ताज ओ तख्त बस अब कौम पाएगी, दुनिया से जालिमों का निशान तक मिटाएगी। खालसा जरूरी है। 10वां पातशाह ਨੂੰ ਧਿਆਉਣਾ ਜ਼ਰੂਰੀ ਹੈ। ਕਿਉਂ? ਕਿਉਂਕਿ ਇਹਨਾਂ ਨੂੰ ਨਜ਼ਾਕਤ ਦਵਾਈ ਹੈ ਸਾਨੂੰ। ਹੁਣ ਧਿਆਨ ਦਿਓ। ਸਵਾਲ ਕਰਨ ਵਾਲੇ ਸਵਾਲ ਕੀਤਾ ਵੀ ਕਾਰਨ ਕੀ? ਅੱਜ ਵੀ ਜਿਵੇਂ ਕਰਦੇ ਨੇ ਵੀ ਕੀ ਸ਼ਹਾਦਤ ਦੀ ਲੋੜ ਸੀ, ਬੈਠ ਕੇ ਗੱਲ ਹੋ ਸਕਦੀ ਸੀ। ਪਰ ਦੇਖਿਓ ਜਰਾ ਅੱਜ ਜੋ ਦੌਰ ਚੱਲਦਾ ਹੈ ਨਾ, ਇੱਕ ਦਾ ਫੈਸਲਾ ਸਾਡੇ ਪ੍ਰਤੀ ਹੁਣ ਗਲਤ ਹੋਇਆ, ਸਾਡੇ ਕਿਸੇ ਘਰਾਂ ਦੇ ਵਿੱਚ ਸੁੱਖ ਦੀ ਨੀਂਦ ਸਾਨੂੰ ਨਹੀਂ ਪੈ ਰਹੀ। ਸਰਕਾਰ ਗਲਤ ਕਰਦੀ ਹੈ, ਗਲਤ, ਸਾਨੂੰ ਨੀਂਦ ਨਹੀਂ ਆਉਂਦੀ। ਸਾਰੀ ਦੀ ਸਾਰੀ ਦੁਨੀਆ ਇੱਕ ਪਾਸੇ ਖਲੋਤੀ ਹੈ ਵੀ ਆਹ ਫੈਸਲਾ ਗਲਤ ਹੈ। ਧਿਆਨ ਦਿਓ ਮੇਰੀ ਬੇਨਤੀ ਜੋ ਮੈਂ ਕਰਨਾ ਚਾਹੁੰਦਾ। ਇਹਨਾਂ ਫੈਸਲਾ ਕੀਤਾ, ਕਿਸੇ ਦੇ ਮਨ ਨੂੰ ਉਹ ਫੈਸਲਾ ਭਾਇਆ ਨਹੀਂ। ਸਾਰੇ ਵਿਰੋਧ ਕਰ ਰਹੇ, ਆਪਾਂ ਕਰਦੇ ਹਾਂ। ਆ ਫੈਸਲਾ ਇੱਕ ਲਿਆ ਹੋਇਆ, ਸਾਰਿਆਂ ਦੇ ਮਨ ਇਹਨੇ ਖਰੋਂਦ ਕੇ ਰੱਖ ਦਿੱਤੇ। ਜੇ ਦੇਖਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਹਾਦਤ ਨਾ ਦਿੰਦੇ, ਇੰਨੇ ਫੈਸਲੇ ਕੀ ਪਤਾ ਕਿੰਨੇ ਕੁ ਹੋਣੇ ਸੀ। ਜੋ ਸਾਡੇ ਕੋਲੇ ਸਾਜੋ ਸਮਾਨ ਹੈ, ਕੁਝ ਨਹੀਂ ਹੋਣਾ ਸੀ। ਅੱਜ ਇੱਕ ਫੈਸਲੇ ਤੇ ਅਸੀਂ ਤਿਲ ਮਿਲਾ ਉੱਠੇ ਹਾਂ।
ਜੋ ਕਲਗੀਧਰ ਪਾਤਸ਼ਾਹ ਰਹਿਮਤ ਨਾ ਕਰਦੇ, ਕੀ ਪਤਾ ਗਲਤ ਫੈਸਲੇ ਕਿੰਨੇ ਕੋ ਸਾਡੇ ਘਰ ਤੇ ਹੁੰਦੇ। ਹੋ ਸਕਦਾ ਹੈ ਸਾਡੇ ਘਰ ਤੇ ਸਾਡੀ ਆਪ ਦੀ ਵੀ ਨਹੀਂ ਚੱਲਦੀ। ਇੱਥੋਂ ਗੁਰੂ ਸਾਹਿਬ ਜੀ ਦੇਖਿਓ ਪੱਤਰ ਭੇਜਿਆ, ਚਿੱਠੀ ਭੇਜ ਕੇ ਔਰੰਗਜ਼ੇਬ ਨੂੰ। ਹੁਣ ਤੁਰਦੇ ਹੋਏ ਅੱਗੇ ਨੂੰ ਜਦੋਂ ਗਏ, ਉਹ ਵੀ ਪ੍ਰਸੰਗ ਹੈ ਮਾਛੀਵਾੜੇ ਦਾ, ਕਿਉਂਕਿ ਮਾਛੀਵਾੜੇ ਦੀ ਆਪਾਂ ਪਿਛਲੇ ਵਿਚਾਰ 'ਚ ਗੱਲ ਨਹੀਂ ਕੀਤੀ। ਮਾਛੀਵਾੜੇ ਦੇ ਜੰਗਲ ਅੰਦਰ ਗੁਰੂ ਸਾਹਿਬ ਪਹੁੰਚੇ ਨੇ। ਆਪ ਜੀ ਨੂੰ ਪਤਾ ਹੋਵੇ ਵੀ ਇੱਥੇ ਜੋ ਸੱਜਣ ਪਿਆਰੇ ਸਨ, ਗਨੀ ਖਾਂ ਤੇ ਨਬੀ ਖਾਂ, ਆ ਦੋਨੇ ਗੁਰੂ ਸਾਹਿਬ ਨੂੰ ਮਿਲੇ। ਤੇ ਵਿਦਵਾਨ ਜਨਤਾ ਇੱਥੋਂ ਤੱਕ ਕਹਿੰਦੇ ਸਨ, ਕਹਿੰਦੇ ਗੁਰੂ ਸਾਹਿਬ ਨਾਲ ਜਿਹੜੇ ਨਾਲ ਸਿੰਘ ਸੀ ਤਿੰਨ, ਉਹਨਾਂ ਤੋਂ ਪਾਸੇ ਹੋ ਗਏ, ਸਿੰਘ ਵਿਛੜ ਗਏ। ਜਦੋਂ ਸਿੰਘ ਵਿਛੜੇ ਸਨ, ਉਦੋਂ ਹੀ ਗੁਰੂ ਸਾਹਿਬ ਨੇ ਆਹ ਸ਼ਬਦ ਉਚਾਰੇ। ਉਹ ਵੀ ਅਕਾਲ ਪੁਰਖ ਦੀ ਸੁਰਤ ਟਿੱਕੀ ਦੀ ਗੱਲ ਹੈ ਜੀ। ਸਾਰੀ ਸੁਰਤ ਕੇਵਲ ਇਹਨਾਂ ਦੀ ਟਿੱਕੀ ਰਹੀ। ਸੁਰਤ ਟਿੱਕੀ ਦੇ ਨਾਲ ਹੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਕਹਿਣ ਲੱਗੇ ਸ਼ੁਕਰ ਹੈ ਤੇਰਾ ਅੱਲਾ, ਤੇ ਕਹਿਣ ਲੱਗੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਪੱਟ ਖੇੜਿਆਂ ਦਾ ਰਹਿਣਾ। ਫਿਰ ਵੀ ਉਸ ਅਕਾਲ ਪੁਰਖ ਦੇ ਰਜ਼ਾ ਵਿੱਚ ਨੇ, ਫਿਰ ਵੀ ਸੁਰਤ ਉੱਥੇ ਟਿਕੀ ਹੋਈ ਹੈ। ਕਹਿਣ ਲੱਗੇ ਗੁਰਦੇਵ ਸਿੱਖ ਵਿਛੜੇ ਨੇ ਨਾ ਜਦੋਂ ਨਾਲੋਂ, ਤੇ ਪੈਰਾਂ ਵਿੱਚ ਜੋੜਾ ਨਹੀਂ, ਚੋਲਾ ਵੀ ਕਹਿੰਦੇ ਲੀਰੋ ਲੀਰ ਹੋ ਗਿਆ। ਤੇ ਬੈਠੇ ਨੇ, ਕਹਿਣ ਲੱਗੀ ਜੋ ਗੋਡਾ ਸੀ ਗੁਰੂ ਸਾਹਿਬ ਜੀ ਦੇ ਗੋਡੇ ਤੇ ਜ਼ਖਮ ਹੋਣ ਕਰਕੇ, ਕਹਿਣ ਲੱਗੇ ਜੋ ਬਸਤਰ ਸੀ ਉਹ ਨਾਲ ਚਿਪ ਗਿਆ, ਬਸਤਰ ਨਾਲ ਲੱਗ ਗਿਆ। ਗੁਰਦੇਵ ਯਾਦ ਵਿੱਚ ਜੁੜੇ ਨੇ। ਜਦੋਂ ਉਹਨਾਂ ਸਿੰਘਾਂ ਦੀ ਨਜ਼ਰ ਪੈ ਗਈ ਤੇ ਦੌੜ ਕੇ ਆਏ, ਨਮਸਕਾਰ ਕੀਤੀ, ਗੁਰੂ ਸਾਹਿਬ ਵਿਛੋੜਾ ਨਾ ਦਿਆ ਕਰੋ, ਸਿਆ ਨਹੀਂ ਜਾਂਦਾ। ਜਦੋਂ ਭਾਵਨਾ ਵਾਲੇ ਸਿੱਖ ਦੇ ਨੇਤਰ ਪਹੁੰਚੇ ਗੁਰਦੇਵ ਦੇ ਗੋਡੇ ਤੱਕ ਤੇ ਅੰਦਰ ਤੱਕ ਰੋਇਆ, ਗੁਰੂ ਸਾਹਿਬ ਅੰਦਰ ਬੋਲਦਾ, ਕਹਿਣ ਲੱਗੇ ਇੰਨਾ ਕੁਝ ਤਖਤੋ ਸ਼ਾਨ ਬਾਨ ਆਨ, ਸਭ ਕੁਝ ਗਿਆ। ਤੇ ਜਦੋਂ ਦੇਖਣ ਲਈ ਗੁਰਦੇਵ ਆਹ ਕਹਿਣ ਲੱਗੇ ਨਹੀਂ, ਜੋ ਹੈ ਸੋ ਭਲਾ ਹੈ। ਤੇ ਉਹਨਾਂ ਸਿੰਘਾਂ ਨੇ ਕਰਕੇ ਪਾਣੀ ਦਾ ਕਿਤੇ ਇੰਤਜ਼ਾਮ ਕੀਤਾ, ਕਿਵੇਂ ਨਾ ਕਿਵੇਂ ਕਰਕੇ ਉੱਥੇ ਪਾਣੀ ਦੀਆਂ ਪੱਟੀਆਂ ਲਾ ਲਾ ਕੇ ਗੁਰਦੇਵ ਦੇ ਗੋਡੇ ਤੋਂ ਬਸਤਰ ਛਡਾਇਆ, ਦੂਰ ਕੀਤਾ। ਤੇ ਇਸ ਮੌਕੇ ਦੇ ਦਰਮਿਆਨ ਹੀ ਗਨੀ ਖਾਂ ਨਬੀ ਖਾਂ ਗੁਰੂ ਸਾਹਿਬ ਨੂੰ ਘਰੇ ਲੈ ਕੇ ਗਏ ਨੇ ਜੀ। ਆ ਪਿਆਰੇ ਘਰੇ ਲੈ ਕੇ ਗਏ, ਇਹਨਾਂ ਨੇ ਗੁਰਦੇਵ ਦੀ ਸੇਵਾ ਕੀਤੀ, ਕਿਉਂਕਿ ਰੰਚਕ ਮਾਤਰ ਇਸ ਗੱਲ ਵਿੱਚ ਝੂਠ ਨਹੀਂ। ਗੁਰਦੇਵ ਨੇ ਇਹਨਾਂ ਤੇ ਵੀ ਸਹਾਇਤਾ ਕਰਕੇ ਸਿਰ ਮਹਿਰ ਭਰਿਆ ਧਰਿਆ ਹੈ, ਅਤੇ ਗਨੀ ਖਾਂ ਤੇ ਨਬੀ ਖਾਂ ਨੂੰ ਆਪਣੇ ਹੱਥੀਂ ਹੁਕਮਨਾਮਾ ਲਿਖ ਕੇ ਦੇ ਕੇ ਗਏ ਸਨ। ਹੁਣ ਇਹਨਾਂ ਦੀ ਇੱਕ ਬੱਚੀ ਵੀ ਹੈ। ਜਿੰਨੇ ਦਿਨ ਗੁਰਦੇਵ ਇੱਥੇ ਰਹੇ ਨੇ, ਡਾਕਟਰ ਬਲਬੀਰ ਸਿੰਘ ਕਹਿਣ ਲੱਗੇ ਵੀ ਇਹਨਾਂ ਦੇ ਨਾਲ ਜੋ ਬੱਚੀ ਹੈ, ਮੋਹ ਪੈ ਗਿਆ ਗੁਰਦੇਵ ਦੇ ਨਾਲ, ਤੇ ਗੁਰਦੇਵ ਦਾ ਅੱਗੇ ਜਾਣਾ ਹੋ ਗਿਆ। ਆਪ ਜੀ ਨੂੰ ਪਤਾ ਹੀ ਹੈ ਕਿ ਪਲੰਗ ਤੇ ਵਿਰਾਜਮਾਨ ਕਰਕੇ ਗਨੀ ਖਾਂ ਤੇ ਨਬੀ ਖਾਂ ਗੁਰੂ ਸਾਹਿਬ ਨੂੰ ਅੱਗੇ ਤੋਰ ਕੇ ਆਏ ਨੇ। ਜਦੋਂ ਆ ਜਾਣ ਲੱਗੇ ਤੇ ਗੁਰੂ ਸਾਹਿਬ ਨੇ ਉਸ ਸਮੇਂ ਹੁਕਮਨਾਮਾ ਲਿਖਿਆ ਸੀ। ਉਹ ਹੁਕਮਨਾਮਾ ਅੱਜ ਵੀ ਮਾਛੀਵਾੜਾ ਗੁਰਦੁਆਰਾ ਸਾਹਿਬ, ਉੱਥੇ ਉਹ ਹੁਕਮਨਾਮਾ ਵਿਰਾਜਮਾਨ ਹੈ। ਜਦੋਂ ਮੌਕਾ ਮਿਲੇ ਉਹ ਹੁਕਮਨਾਮਾ ਜ਼ਰੂਰ ਪੜ੍ਹਿਓ। ਹੁਣ ਉਸ ਹੁਕਮਨਾਮੇ ਵਿੱਚ ਗੁਰਦੇਵ ਨੇ ਬਖਸ਼ਿਸ਼ ਕੀ ਕੀਤੀ ਸੀ ਗਨੀ ਖਾਂ ਤੇ ਨਬੀ ਖਾਂ ਨੂੰ? ਉਹ ਬਖਸ਼ਿਸ਼ ਸੀ, ਇੱਕ ਓੰਕਾਰ ਸਤਿਗੁਰੂ ਜੀਓ ਵਾਹਿਗੁਰੂ ਜੀ ਕੀ ਆਗਿਆ ਹੈ। ਹੁਕਮਨਾਮਾ ਸੁਣਿਓ ਜੋ ਗਨੀ ਖਾਂ ਤੇ ਨਬੀ ਖਾਂ ਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ ਹੈ। ਇੱਕ ਓੰਕਾਰ ਸਤਿਗੁਰੂ ਜੀਓ
ਵਾਹਿਗੁਰੂ ਜੀ ਕੀ ਆਗਿਆ ਹੈ, ਸਰਬਤ ਸੰਗਤ ਉੱਪਰ ਮੇਰਾ ਹੁਕਮ ਹੈ। ਗਨੀ ਖਾਂ ਨਬੀ ਖਾਂ ਇਹ ਜੋ ਹੈਨ, ਸੋ ਮੇਰੇ ਹੈਨ। ਸਰਬਤ ਸੰਗਤ ਉੱਪਰ ਮੇਰਾ ਹੁਕਮ ਹੈ। ਗਨੀ ਖਾਂ ਨਬੀ ਖਾਂ ਇਹ ਜੋ ਹੈਨ, ਸੋ ਮੇਰੇ ਹੈਨ। ਸੇ ਮੇਰੇ ਫਰਜ਼ੰਦਾਂ ਸੇ ਬੈਜ ਹੈਨ, ਮਤਲਬ ਕਿ ਮੇਰੇ ਪੁੱਤਰਾਂ ਤੋਂ ਵੀ ਉੱਪਰ ਹਨ। ਆ ਮੈਨੂੰ ਮੇਰੇ ਪੁੱਤਰਾਂ ਤੋਂ ਵੀ ਮਿੱਠੇ ਲੱਗਦੇ ਨੇ। ਗਨੀ ਖਾਂ ਨਬੀ ਖਾਂ ਇਹ ਜੋ ਹੈਨ, ਸੋ ਮੇਰੇ ਫਰਜ਼ੰਦਾਂ ਸੇ ਬੈਜ हैन। जो सिख इनकी खिदमत अंदर रजू रहे, जो सिख इनकी खिदमत अंदर रजू रहग, सो निहाल होग। उन्हां उपर मेरी खुशी होग, उन्हां उपर मेरा हथ होग। ਇਹ ਜੋ ਹੈਨ ਸੋ ਮੇਰੇ ਹੈਨ। ਜੋ ਸਿੱਖ ਇਹਨਾਂ ਦੀ ਸੇਵਾ ਕਰੇਗਾ, ਸੋ ਮੇਰੀ ਸੇਵਾ ਕਰੇਗਾ। ਆ ਮੇਰੇ ਨੇ। ਜਦੋਂ ਆ ਹੁਕਮਨਾਮਾ ਦੇ ਕੇ ਭੇਜਿਆ, ਕਹਿਣ ਲੱਗੇ ਗਨੀ ਖਾਂ ਨਿਵਾਜ ਦਿੱਤਾ ਜਾਓ। ਦੋਨੇ ਬੜੇ ਖੁਸ਼ ਹੋ ਕੇ ਆਏ। ਘਰੇ ਆਏ ਤੇ ਬੱਚੀ ਨੇ ਫਿਰ ਸਵਾਲ ਪੁੱਛਿਆ, ਕਹਿਣ ਲੱਗੀ ਅੱਬਾ ਗੁਰਦੇਵ ਕਿੱਥੇ ਗਏ? ਜਿਹੜਾ ਉਸ ਸਮੇਂ ਸ਼ਬਦ ਵਰਤਿਆ ਗਿਆ ਹੋਏਗਾ ਵੀ ਗੁਰੂ ਜੀ ਕਿੱਥੇ ਨੇ ਜਾਂ ਮੁਰਸ਼ਦ ਕਿੱਥੇ ਹੈ। ਪੁੱਛਿਆ ਅੱਬਾ ਗੁਰਦੇਵ ਕਿੱਥੇ? ਤੇ ਉਹਨਾਂ ਕਿਹਾ ਬੇਟਾ ਗੁਰਦੇਵ ਅੱਗੇ ਚਲੇ ਗਏ। ਤੇ ਉਸ ਛੋਟੀ ਬੱਚੀ ਦੇ ਅੱਖਾਂ ਤੋਂ ਨੀਰ ਝਲ ਗਿਆ। ਤੇ ਗਨੀ ਖਾਂ ਨਬੀ ਖਾਂ ਆਖਿਆ ਬੇਟਾ ਰੋ ਨਾ, ਗੁਰਦੇਵ ਬਖਸ਼ਿਸ਼ ਕਰਕੇ ਗਏ ਨੇ। ਉਹਨੂੰ ਹੁਕਮਨਾਮਾ ਸੁਣਾਇਆ। ਜਦੋਂ ਹੁਕਮਨਾਮਾ ਸੁਣਾਇਆ, ਕਹਿਣ ਲੱਗੇ ਬੱਚੀ ਖੁਸ਼ ਬੜੀ ਹੋਈ, ਕਿਉਂਕਿ ਇਹ ਵਾਰਤਾ ਡਾਕਟਰ ਬਲਬੀਰ ਸਿੰਘ ਦੇ ਲਿਖੀ ਹੈ, ਬੜੀ ਸੋਹਣੀ। ਉਹ ਕਹਿਣ ਲੱਗੇ ਖੁਸ਼ ਹੋਈ ਤੇ ਕਹਿਣ ਲੱਗੀ ਗੁਰੂ ਅੱਬਾ ਗੁਰਦੇਵ ਨੇ ਤੁਹਾਨੂੰ ਪੁੱਤਰ ਦਾ ਖਿਤਾਬ ਦਿੱਤਾ ਹੈ। ਕਹਿਣ ਲੱਗੇ ਹਾਂ। ਕਹਿਣ ਲੱਗੇ ਤੁਸੀਂ ਗੁਰਦੇਵ ਦੇ ਪੁੱਤਰ ਹੋਏ ਤਾਂ ਸੋ ਮੈਂ ਕੀ ਹੋਈ? ਕਹਿਣ ਲੱਗੇ ਬੇਟਾ ਤੂੰ ਗੁਰਦੇਵ ਦੀ ਪੋਤੀ ਹੋਈ। ਹੁਣ ਇਸ ਅਰਜ਼ ਵਿੱਚ ਧਿਆਨ ਦਿਓ। ਉਹ ਕਹਿਣ ਲੱਗੇ ਜੇ ਤੁਸੀਂ ਪੁੱਤਰ ਹੋਏ, ਉਹਨਾਂ ਦੇ ਬੇਟੇ ਹੋਏ, ਫਰਜ਼ੰਦ ਹੋਏ ਸੇ ਅੱਬਾ ਫਿਰ ਮੈਂ ਉਹਨਾਂ ਦੇ ਕੀ ਲੱਗੀ? ਤੇ ਉਹਨਾਂ ਕਿਹਾ, ਕਹਿਣ ਲੱਗੇ ਬੇਟਾ ਤੂੰ ਗੁਰਦੇਵ ਦੀ ਪੋਤੀ ਹੈ। ਤੇ ਉਹ ਕਹਿਣ ਲੱਗੇ ਬੱਚੀ ਖੁਸ਼ ਬੜੀ ਹੋਈ ਤੇ ਕਹਿਣ ਲੱਗੀ ਪੋਤੀ ਹਾਂ, ਪੋਤੀ ਹਾਂ, ਮੈਂ ਸਤਿਗੁਰੂ ਦੀ ਪੋਤੀ ਹਾਂ। ਇਹੋ ਜਿਹਾ ਕੋਈ ਸ਼ਬਦ ਵਰਤਿਆ। ਖੁਸ਼ ਬੜੀ ਹੋਈ। ਹੁਣ ਦੇਖਿਓ, ਜਦੋਂ ਘਰੇ ਆਪਣੇ ਧੀ ਜਨਮ ਲੈਂਦੀ ਹੈ, ਆਪਾਂ ਕਹਿੰਦੇ ਆ ਗੁਰੂ ਨੇ ਦਾਤ ਬਖਸ਼ੀ, ਗੁਰੂ ਦੀ ਪੁੱਤਰੀ ਹੈ। ਜੇ ਉਸ ਪੁੱਤਰੀ ਦਾ ਕਦੋਂ ਮਾਂ ਦਾ ਜਨਮ ਹੋਇਆ ਹੋਊਗਾ, ਉਹਦੇ ਲਈ ਵੀ ਸ਼ਬਦ ਵਰਤਦੇ ਆ ਆਪਾਂ ਵੀ ਆ ਗੁਰੂ ਦੀ ਬੇਟੀ ਹੈ। ਕਦੇ ਆਪਾਂ ਸ਼ਬਦ ਨਹੀਂ ਵਰਤਦੇ ਵੀ ਗੁਰੂ ਦੀ ਪੋਤੀ ਹੋਈ ਹੈ ਅੱਜ। ਸੋ ਗੁਰੂ ਦੀ ਪੋਤੀ ਦਾ ਜੋ ਖਿਤਾਬ ਸੀ, ਗਨੀ ਖਾਂ ਨਬੀ ਖਾਂ ਇਹਨਾਂ ਦੀ ਜੋ ਬੇਟੀ ਸੀ, ਉਹਨੇ ਪ੍ਰਾਪਤ ਕੀਤਾ ਸੀ। ਕਹਿਣ ਲੱਗੇ ਮੈਂ ਰੰਗ ਰਤੀ ਰੰਗ ਪਰੋਤੀ, ਮੈਂ ਪੋਤੀ ਮੈਂ ਪੋਤੀ। ਆ ਸ਼ਬਦ ਵਰਤਿਆ। ਗੁਰਦੇਵ ਇੱਥੇ ਦੇਖੋ, ਗਾਂ ਜਾ ਕੇ ਹੁਣ 40 ਮੁਕਤੇ ਨੇ, ਟੁੱਟੀ ਗੰਢੀ ਗੁਰਦੇਵ ਨੇ, ਤਲਵੰਡੀ ਆਏ ਤੇ ਇੱਥੇ ਸ਼ਬਦ ਹੋਇਆ ਗੁਰੂ ਗੋਬਿੰਦ ਸਿੰਘ ਨਾ ਡੱਲਾ ਨਾ ਮੱਲਾ, ਗੁਰੂ ਗੋਬਿੰਦ ਸਿੰਘ ਕੱਲਾ। ਆ ਸ਼ਬਦ ਵਰਤਦੇ ਸਨ। ਕਹਿਣ ਵਾਲੇ ਆਖਿਆ ਹੀ ਹੋਣਾ ਗੁਰੂ ਗੋਬਿੰਦ ਸਿੰਘ ਵੀ ਇੰਨਾ ਕੁਝ ਸੀ, ਹੁਣ ਕੁਝ ਨਹੀਂ ਰਿਹਾ। ਫੌਜਾਂ ਵੀ ਗਈਆਂ, ਤਖਤੋ ਤਾਜ, ਪੁੱਤਰ ਪਰਿਵਾਰ ਸ਼ਹਾਦਤ ਨੇ ਪ੍ਰਾਪਤ ਕਰ ਲਈ। ਨਾ ਡੱਲਾ ਨਾ ਮੱਲਾ, ਗੁਰੂ ਗੋਬਿੰਦ ਸਿੰਘ ਕੱਲਾ। ਗੁਰੂਦੇਵ ਨੇ ਇੱਕੋ ਹੀ ਬਚਨ ਕੀਤਾ ਸੀ। ਕਹਿਣ ਲੱਗੇ ਹਾਂ, ਨਾ ਡੱਲਾ ਨਾ ਮੱਲਾ, ਗੁਰੂ ਗੋਬਿੰਦ ਸਿੰਘ ਨਾਲ ਅੱਲਾ। ਜਿਹਦੇ ਨਾਲ ਅੱਲਾ ਹੁੰਦਾ ਹੈ, ਕਹਿਣ ਲੱਗੇ ਉਹਨੂੰ ਕਿਸੇ ਅੱਗੇ ਝੁਕਣ ਦੀ ਜਾਂ ਦੁਖੀ ਹੋਣ ਦੀ ਕੀ ਜ਼ਰੂਰਤ ਹੈ?
ਹਾਂ ਮੰਨਦਾ ਹਾਂ ਨਾ ਡੱਲਾ ਨਾ ਮੱਲਾ, ਪਰ ਗੋਬਿੰਦ ਸਿੰਘ ਨਾਲ ਅੱਲਾ, ਪਰ ਜਿਹਦੇ ਨਾਲ ਅੱਲਾ ਹੁੰਦਾ ਹੈ ਉਹਨੂੰ ਕਿਸੇ ਦੀ ਖਿਦਮਤ ਕਰਨ ਦੀ ਲੋੜ ਹੁੰਦੀ ਹੋਈ ਨਹੀਂ। ਤੇ ਗੁਰਦੇਵ ਇੱਥੋਂ ਚੱਲ ਕੇ ਜਦੋਂ ਪਹੁੰਚੇ ਨਾਂਦੇੜ ਦੀ ਧਰਤੀ ਤੇ, ਜੋ ਹਜੂਰ ਸਾਹਿਬ ਸ਼ਬਦ ਲੈਂਦੇ ਆਪਾਂ, ਨਾਂਦੇੜ ਦੀ ਧਰਤੀ ਤੇ ਪਹੁੰਚੇ। ਜੋ ਅਗਲਾ ਜੋ ਪ੍ਰਸੰਗ ਹੈ, ਕਿਉਂਕਿ 10ਵਾਂ ਪਾਤਸ਼ਾਹ ਜੀ ਤੋਂ ਬਾਅਦ ਧੰਨ ਧੰਨ 10 ਗੁਰੂਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ, ਆ ਗੁਰੂ ਗ੍ਰੰਥ ਸਾਹਿਬ ਜੀ 10 ਗੁਰੂਆਂ ਦੀ ਜੋਤ ਨੇ। ਹੁਣ ਦੇਖਿਓ, ਇਸ ਪੰਕਤੀ ਵੱਲ ਜ਼ਰੂਰ ਧਿਆਨ ਦਿਓ, ਕਿਉਂਕਿ 10 ਜੋਤਾਂ ਨਹੀਂ, ਜੋਤ ਕੇਵਲ ਇੱਕ ਹੈ। ਚੋਲੇ 10 ਨੇ, ਆਗਮਨ 10 ਨੇ, ਪਰ ਇਹਨਾਂ ਦਾ ਜੋ ਧਰਮ ਦਾ ਪ੍ਰਚਾਰ ਹੈ, ਰੱਬੀ ਰੂਹ, ਉਹ ਕੇਵਲ ਇੱਕੋ ਹੀ ਹੈ। ਉਹੀ ਨਾਨਕ ਤੋਂ ਅੰਗਦ ਚਾਈ, ਅੰਗਦ ਤੋਂ ਅਮਰਦਾਸ, ਅਮਰਦਾਸ ਤੋਂ ਰਾਮਦਾਸ, ਰਾਮਦਾਸ ਤੋਂ ਅਰਜੁਨ ਦੇਵ, ਅਰਜੁਨ ਦੇਵ ਤੋਂ ਹਰ ਗੋਬਿੰਦ ਰਾਏ, ਹਰ ਗੋਬਿੰਦ ਰਾਏ ਤੋਂ ਹਰ ਰਾਏ ਸਾਹਿਬ, ਹਰ ਰਾਏ ਤੋਂ ਹਰ ਕ੍ਰਿਸ਼ਨ ਸਾਹਿਬ, ਹਰ ਕ੍ਰਿਸ਼ਨ ਤੋਂ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਤੇਗ ਬਹਾਦਰ ਤੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਅਤੇ ਗੁਰੂ ਗੋਬਿੰਦ ਸਿੰਘ ਦੀ ਜੋ ਆਹ ਜੋਤ ਹੈ ਉਹ ਪ੍ਰਤੱਖ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਹਮਣੇ ਸਾਡੇ ਵਿਰਾਜਮਾਨ ਨੇ। ਸੱਚ ਕਰ ਜਾਣਿਓ, ਤਾਂ ਹੀ ਉਹ ਬਚਨ ਹੈ ਬਾਣੀ ਗੁਰੂ। ਜੇ ਗੁਰੂ ਨੂੰ ਦੇਖਣਾ ਹੈ ਨਾ, ਕਹਿਣ ਲੱਗੇ ਬਾਣੀ ਦੀ ਓਟ ਲਈ, ਹੋਰ ਕਿਸੇ ਦੀ ਦੇਹ ਧਾਰੀ ਕੋਲ ਕਹਿੰਦੇ ਕਿਤੇ ਵੀ ਭੁੱਲ ਕੇ ਨਾ ਜਾਈ। ਬਾਣੀ ਗੁਰੂ, ਗੁਰੂ ਹੈ ਬਾਣੀ, ਕੁਝ ਵੀ ਤੈਨੂੰ ਚਾਹੀਦਾ ਹੈ ਵਿੱਚ ਬਾਣੀ, ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਅੱਲਾ ਯਾਰ ਖਾਂ ਜੋਗੀ ਨੇ ਇੱਕ ਬੜੀ ਗੱਲ ਕਮਾਲ ਦੀ ਕਹੀ ਸੀ। ਉਹ ਕਹਿਣ ਲੱਗੇ, ਵੈਸੇ ਸਾਰੀਆਂ ਦੀ ਸਾਰੀਆਂ ਗੱਲਾਂ ਉਹਨਾਂ ਦੀ ਕਮਾਲ ਦੀਆਂ, ਜਿੰਨੇ ਵੀ ਸ਼ਾਇਰ ਉਹਨਾਂ ਨੇ ਫਾਰਸੀ 'ਚ ਲਿਖੇ ਨੇ। ਫਿਰ ਉਹਨਾਂ ਬਚਨ ਕਿਹਾ ਸੀ, ਕਹਿੰਦੇ ਕਰਤਾਰ ਕੀ ਸੌਗੰਧ ਨਾਨਕ ਕੀ ਕਸਮ ਹੈ, करतार की सौगंध नानक की कसम है, जितनी गोबिंद की तारीफ करूं उतनी कम है। जिन्नी भी कहने लगे मैं तारीफ करा गुरु गोबिंद सिंह दी उतनी कम है। ते प्यारिओ खालसा जी, गुरुदेव ने नांदेड़ च जो हुक्म कीते सी, सिखां पुछया गुरु साहब आ प्रसंग सारा अगे आना है 10 पातशाही जोत की जदों आपां विचार करांगे गुरु ग्रंथ साहिब जी महाराज जी की। एक अर्ज करदे आ, गुरुदेव ने उदों बचन कीते सी, कहण लगे कि गुरुदेव तुहाडे दर्शन करने हुण किवें? ते पातशाह ने एक बचन कीता सी, कहण लगे खालसा मेरो रूप है खास, खालसे में हों करो निवास। प्यारिओ खालसा सजिओ ਅਤੇ इस खालसे रूप दे विच मेरा रूप तुहानूं देखण नूं मिलेगा। मेरे दर्शन करने ने ना, ते खालसे अंदर दर्शन करिओ, क्योंकि खालसा सजिया होया ही मेरा पूर्ण तरीके नाल रूप है। ते इस रूप नूं कदे कतल ना करिओ। आ रूप मेरा खास है, ते इस खास रूप नूं कदे कतल ना करिओ। सो अगे दी विचार है जो अगे आएगा 10 पातशाहियां दी जोत गुरु ग्रंथ साहिब जी महाराज, ਅਤੇ ਸਾਰੇ ਦੇ ਸਾਰੇ जो साडे मन विच सवाल ने हुंदे ही भी इत्थे 11वां गुरु आण तखत ते क्यों नहीं बिठाया। गुरु ग्रंथ साहिब जी ते गुरु ग्रंथ साहिब आप ही कृपा करके अगे विचार करा लैण। इन्नियां क बेनतियां प्रवान करिओ। होईयां भुलां दी खिमा। वाहिगुरू जी का खालसा, वाहिगुरू जी की फतेह।